ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੰਧਾਰ ਦੇ ਇਲਾਕੇ ਦੇ ਵਿੱਚ ਵਿਚਰਦੇ ਹਨ। ਸਤਿਗੁਰੂ ਮਹਾਰਾਜ ਜੀ ਇਸ ਇਲਾਕੇ ਦੇ ਵਿੱਚ ਮਾਨ ਚੰਦ ਨੂੰ ਆ ਕੇ ਜਦੋਂ ਮਿਲੇ, ਸਵਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੀਤਾ ਵੀ ਆਪ ਜੀ ਕੌਣ ਹੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਆਪਣੇ ਬਾਰੇ ਦੱਸਦੇ ਨੇ। ਪਹਿਲੇ ਤੇ ਕਿਵੇਂ ਆਖਿਆ ਵੀ ਮੈਂ ਆਪ ਜੀ ਨੂੰ ਨਹੀਂ ਜਾਣਦਾ, ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਆਪਣੇ ਬਾਰੇ ਦੱਸਣਾ ਕਰੋ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਨ ਚੰਦ ਵੱਲੋਂ ਕੀਤੇ ਹੋਏ ਸਵਾਲ ਦਾ ਜਵਾਬ ਦਿੰਦੇ ਨੇ, ਕਵੀ ਸੰਤੋਖ ਸਿੰਘ ਜੀ ਅਗਲੇਰੇ ਇਤਿਹਾਸ ਦਾ ਜ਼ਿਕਰ ਕਰਦੇ ਹਨ। ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਨਾਨਕ ਨਿਰੰਕਾਰੀ ਮਮ ਨਾਏ। ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ। ਜਦੋਂ ਉਹਨੇ ਪੁੱਛਿਆ ਵੀ ਆਪ ਜੀ ਦਾ ਨਾਮ, ਤੇ ਸਾਹਿਬ ਕਹਿੰਦੇ ਨਾਨਕ ਨਿਰੰਕਾਰੀ ਮਮ ਨਾਏ, ਵੀ ਮੇਰਾ ਨਾਮ ਨਿਰੰਕਾਰ ਭਾਵ ਨਾਨਕ ਜੀ ਨਾਮ ਹੈ। ਇਸ ਕੋ ਬਾਲਾ ਸਰਬ ਅਲਾਏ। ਔਰ ਇਹ ਜਿਹੜਾ ਮੇਰੇ ਨਾਲ ਆਇਆ ਇਹਨੂੰ ਭਾਈ ਬਾਲਾ ਜੀ ਕਹਿੰਦੇ ਨੇ, ਕਿਉਂਕਿ ਭਾਈ ਮਰਦਾਨਾ ਜੀ ਸਰੀਰਕ ਚੋਲਾ ਤਿਆਗ ਚੁੱਕੇ ਨੇ। ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਿਹੜੇ ਨੇ ਉਹ ਭਾਈ ਬਾਲਾ ਜੀ ਸਾਹਿਬ ਕਹਿੰਦੇ ਸਾਡਾ ਨਾਮ ਹੈ ਨਾਨਕ, ਔਰ ਇਹ ਜਿਹੜਾ ਸਾਡੇ ਨਾਲ ਹੈ ਇਹਨੂੰ ਭਾਈ ਬਾਲਾ ਜੀ ਕਹਿੰਦੇ ਹਨ। ਮਾਨ ਚੰਦ ਸੁਣ ਬਚਨ ਉਚਾਰੇ। ਜਦੋਂ ਮਾਨ ਚੰਦ ਨੇ ਗੁਰੂ ਨਾਨਕ ਸਾਹਿਬ ਜੀ ਕੋਲੋਂ ਇਹ ਦੋ ਨਾਮ ਸੁਣੇ, ਅੱਗੋਂ ਫਿਰ ਉਹ ਬੋਲਦਾ ਹੈ, ਐਸੀ ਬਾਤ ਨਾ ਵੀਰ ਸੰਸਾਰੇ। ਕਹਿੰਦੇ ਕਿ ਜਿਹੜੀਆਂ ਤੁਹਾਡੀਆਂ ਇਹ ਬਾਤਾਂ ਨੇ ਇਹ ਮੇਰੀ ਸਮਝ ਦੇ ਵਿੱਚ ਨਹੀਂ ਆਉਂਦੀਆਂ। ਪਹਿਲਾਂ ਤੁਸੀਂ ਬੇਗਮਪੁਰਾ ਦਾ ਨਾਮ ਲਿਆ ਜਿਹੜਾ ਮੈਂ ਕਦੇ ਸੁਣਿਆ ਨਹੀਂ, ਫਿਰ ਤੁਸੀਂ ਨਾਨਕ ਨਿਰੰਕਾਰੀ ਕਹਿ ਸਿਮਰਨ ਵਾਸਤੇ ਸਮਾਂ ਨਹੀਂ ਮਿਲਣਾ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜੀਵ ਇਸਤਰੀ ਨੇ ਨਾਮ ਨਹੀਂ ਪਰਮੇਸ਼ਵਰ ਦਾ ਸਿਮਰਿਆ, ਉਹਨਾਂ ਦੇ ਪੱਲੇ ਪਛਤਾਵਾ ਰਹਿੰਦਾ ਹੈ। ਫਿਰ ਸਿਰ ਨੂੰ ਕੰਧ ਵਿੱਚ ਮਾਰਨਾ, ਜਾਂ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ ਕਿ ਖਾਲੀ ਹੱਥ ਮਲਣੇ ਤੇ ਸਿਰ ਆਪਣਾ ਜਿਹੜਾ ਧੁਣੇ ਦਾ ਮਤਲਬ ਸਿਰ ਮਾਰ ਕੇ ਪਛਤਾਵਾ ਕਰਨਾ ਕਿ ਮੇਰੀ ਜ਼ਿੰਦਗੀ ਦੀ ਰਾਤ ਲੰਘ ਰਹੀ ਹੈ ਤੇ ਮੈਂ ਹਜੇ ਪਿਆਰੇ ਨੂੰ ਸਿਮਰਿਆ ਨਹੀਂ। ਪਛਤਾਵਾ ਨਾ ਮਿਲੇ ਜਬ ਚੁੱਕਿਆਗੀ ਸਾਰੀ। ਹੁਣ ਤੇ ਪਛਤਾਵਾ ਹੋ ਰਿਹਾ ਹੈ। ਚਲੋ ਸਵਾਸ ਹੈ ਨਾ, ਜ਼ਿੰਦਗੀ ਹੈ, ਪਛਤਾਵਾ ਹੋ ਰਿਹਾ ਕਿ ਮੇਰਾ ਬਚਪਨ ਲੰਘ ਗਿਆ, ਮੇਰਾ ਜੋਬਨ ਲੰਘ ਗਿਆ, ਮੇਰਾ ਬੜੇਪਾ ਆ ਗਿਆ ਤੇ ਮੈਂ ਹਜੇ ਸਿਮਰਨ ਨਹੀਂ ਕੀਤਾ। ਤੇ ਜੇ ਕਿਤੇ ਬੜੇਪਾ ਵੀ ਲੰਘ ਗਿਆ ਤੇ ਪਛਤਾਵੇ ਨੂੰ ਵੀ ਸਮਾਂ ਨਹੀਂ ਮਿਲਣਾ। ਹੁਣ ਤੇ ਪਛਤਾਵੇ ਨੂੰ ਸਮਾਂ ਮਿਲ ਰਿਹਾ ਨਾ, ਵੀ ਪਛਤਾਵਾ ਹੋਇਆ ਤੇ ਚਲੋ ਮਹਾਰਾਜ ਅੱਗੇ ਬੇਨਤੀ ਕਰਕੇ ਫਿਰ ਨਾਮ ਸਿਮਰਨ ਸ਼ੁਰੂ ਹੋ ਜਾਏਗਾ। ਤੇ ਜਦੋਂ ਜ਼ਿੰਦਗੀ ਸਮਾਪਤੀ ਹੋ ਗਈ ਫਿਰ ਪਛਤਾਵੇ ਵਾਸਤੇ ਵੀ ਸਮਾਂ ਨਹੀਂ ਮਿਲਣਾ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ, ਰੋਜ਼ ਹਲੂਣੇ ਦਿਆ ਕਰੋ ਆਪਣੇ ਆਪ ਨੂੰ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿਆ ਕਰਮ ਕਮਾਇਆ ਤੁਧ ਸ਼ਰੀਰਾ ਜਾਂ ਤੂੰ ਜਗ ਮੈਂ ਆਇਆ। ਮਹਾਰਾਜ ਕਹਿੰਦੇ ਜਿਹਨੇ ਤੇਰੀ ਰਚਨਾ ਕੀਤੀ ਆ ਤੂੰ ਉਹਨੂੰ ਕਦੇ ਸਿਮਰਿਆ ਹੀ ਨਹੀਂ। ਇਸ ਜਗਤ ਵਿੱਚ ਤੈਨੂੰ ਇਹ ਜਨਮ ਮਾਲਕ ਨੇ ਦਿੱਤਾ ਹੈ, ਇਹ ਮਨੁੱਖਾ ਸਰੀਰ ਤੈਨੂੰ ਦਿੱਤਾ ਹੈ, ਤੂੰ ਕਦੇ ਵੀ ਉਹਨੂੰ ਨਹੀਂ ਸਿਮਰਿਆ। ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕੀ ਕੀਤਾ ਤੂੰ। ਪਰ ਕਿਸੇ ਬੰਦੇ ਨੂੰ ਪੁੱਛੋ ਨਾ ਵੀ ਤੂੰ ਕੀ ਕੀਤਾ, ਉਹ ਕਹਿੰਦਾ ਵੀ ਏਡੀ ਵੱਡੀ ਕੋਠੀ ਬਣਾ ਲਈ ਮੈਂ 2 ਗੱਡੀਆਂ ਰੱਖ ਲਈਆਂ, ਨੌਕਰ ਚਾਕਰ ਰੱਖ ਲਏ, ਕਾਰੋਬਾਰ 1 ਫੈਕਟਰੀ ਤੋਂ 2 ਫੈਕਟਰੀਆਂ ਬਣਾ ਲਈਆਂ ਮੈਂ ਮੇਰਾ ਤੇ ਵਿਦੇਸ਼ਾਂ ਤੱਕ ਮੇਰਾ ਬੋਲਬਾਲਾ ਹੈ। ਪਰ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ। ਇਹ ਸਰੀਰ ਕਰਕੇ ਆ ਤੇ ਸਰੀਰ ਵੀ ਇੱਥੇ ਹੀ ਰਹਿ ਜਾਣਾ। ਕੱਪੜੇ ਰੂਪ ਸੁਭਾਵਨਾ ਛੱਡ ਦੁਨੀਆ ਅੰਦਰ ਜਾਵਣਾ। ਤੇ ਮਾਰੇ ਕਹਿੰਦੇ ਅੱਗੇ ਫਿਰ ਜੀਵ ਆਤਮਾ ਲੈ ਕੇ ਕੀ ਚੱਲੀ ਆ, ਕੱਖ ਵੀ ਨਹੀਂ। ਜੈ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰਿ ਕਾ ਨਾਮ ਉਹਾਂ ਸੰਗ ਤੋਸਾ। ਉੱਥੇ ਹਰੀ ਦੇ ਨਾਮ ਦਾ ਜਿਹੜਾ ਆਸਰਾ ਸਾਨੂੰ ਮਿਲਣਾ ਹੈ, ਉੱਥੇ ਧਨ ਪਦਾਰਥਾਂ ਦਾ ਨਹੀਂ ਮਿਲਣਾ। ਇਸ ਲਈ ਮਹਾਰਾਜ ਜੀ ਕਹਿੰਦੇ ਹੁਣ ਪਛਤਾਵਾ ਹੋ ਰਿਹਾ, ਜਦੋਂ ਭੁੱਲ ਬਖਸ਼ਾ ਲਓ ਤੇ ਨਾਮ ਸਿਮਰਨ ਵਿੱਚ ਜੁੜ ਜਾਓ। ਹਜੇ ਵੀ ਵਕਤ ਹੈ, ਬੇਨਤੀ ਕਰੋ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਗੇ ਹੋ। ਪਰ ਅਗਲੀ ਪੰਕਤੀ ਵਿੱਚ ਕਿਹਾ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਪਛਤਾਵਾ ਨਾ ਮਿਲੇ, ਫਿਰ ਤੁਹਾਨੂੰ ਪਛਤਾਵਾ ਕਰਨ ਵਾਸਤੇ ਵੀ ਨਹੀਂ ਮਿਲਣਾ। ਜਬ ਚੁੱਕਿਆਗੀ ਸਾਰੀ, ਜਦੋਂ ਸਾਰੀ ਜ਼ਿੰਦਗੀ ਦਾ ਸਮਾਂ ਹੀ ਮੁੱਕ ਗਿਆ, ਆਖਰੀ ਦਮ ਨਿਕਲ ਗਿਆ, ਫਿਰ ਪਛਤਾਵੇ ਨੂੰ ਵੀ ਸਮਾਂ ਨਹੀਂ ਮਿਲੇਗਾ। ਹਾਂ ਫਿਰ ਪਿਆਰਾ ਨਾ ਵੀ ਹੈ ਜਬ ਆਵੇਗੀ ਵਾਰੀ। ਇਹ ਫਿਰ ਦੁਬਾਰਾ ਜਦੋਂ ਵਾਰੀ ਮਿਲੇਗੀ ਨਾ ਮਨੁੱਖਾ ਜਨਮ ਦੀ, ਫਿਰ ਸੰਗਤ ਵਿੱਚ ਆ ਕੇ ਨਾਮ ਸਿਮਰਿਆ ਜਾਣਾ ਹੈ। ਫਿਰ ਪਤਾ ਨਹੀਂ ਵਾਰੀ ਕਦੋਂ ਮਿਲਣੀ ਹੈ। ਹੁਣੀ ਬੜੀ ਮਸਾਂ ਤਾਂ ਵਾਰੀ ਆਈ ਹੈ। ਕਈ ਜਨਮ ਭੋਗ ਕੇ ਤਾਂ ਮਨੁੱਖਾ ਜਨਮ ਮਿਲਿਆ ਹੈ। ਕਬੀਰ ਜੀ ਦਾ ਇੱਕ ਸ਼ਲੋਕ ਤੁਹਾਡੇ ਨਾਲ ਪਿਛਲੇ ਸਮੇਂ ਸਾਂਝਾ ਕੀਤਾ ਸੀ ਕਿ ਬੀਜ ਤੋਂ ਫਲ ਤੱਕ ਦਾ ਸਫ਼ਰ ਹੈ। ਜਦੋਂ ਫਲ ਲੱਗ ਗਿਆ ਨਾ, ਫਿਰ ਫਲ ਨੂੰ ਦੁਬਾਰਾ ਫਲ ਤੱਕ ਪਹੁੰਚਣ ਲਈ ਬੀਜ ਬਣਨਾ ਪੈਂਦਾ ਹੈ। ਬੀਜ ਬਣੇਗਾ, ਫਿਰ ਮਿੱਟੀ ਵਿੱਚ ਦਬਿਆ ਜਾਏਗਾ, ਫਿਰ ਪੁੰਗਰੇਗਾ, ਫਿਰ ਬੂਟਾ ਬਣੇਗਾ, ਫਿਰ ਇੱਕ ਦਿਨ ਉਹਨੂੰ ਸ਼ਾਖਾਵਾਂ ਆਉਣਗੀਆਂ, ਫਿਰ ਫੁੱਲ ਬਣੇਗਾ, ਫਿਰ ਜਾ ਕੇ ਫਲ ਬਣੇਗਾ। ਫਲ ਇੱਕ ਦਿਨ ਵਿੱਚ ਨਹੀਂ ਲੱਗ ਜਾਂਦਾ, ਪਹਿਲਾਂ ਬੀਜ ਨੂੰ ਪੁੰਗਰਨਾ ਪੈਣਾ ਹੈ। ਇਹ ਜਨਮ ਇੱਕੋ ਵਾਰੀ ਨਹੀਂ ਸਾਨੂੰ ਮਿਲ ਗਿਆ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਜਿਉਂ ਬਨ ਫਲ ਪਾਕੈ, ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਇਹ ਦੁਬਾਰਾ ਨਹੀਂ ਮਿਲਣਾ। ਅਸੀਂ ਇਹਨੂੰ ਨਿੰਦਿਆ ਚੁਗਲੀ ਵਿੱਚ ਹੀ ਗਵਾਰੇ ਆ, ਬੁਰਾਈਆਂ 'ਚ ਗਵਾਰੇ ਆ, ਭੈੜੀਆਂ ਆਦਤਾਂ ਵਿੱਚ ਗਵਾਰੇ ਆ, ਨਸ਼ਿਆਂ ਵਿੱਚ ਗਵਾਰੇ, ਪਤਾ ਨਹੀਂ ਕੀ ਕੁਝ ਹੋ ਰਿਹਾ ਸਮਾਜ 'ਚ। ਹੀਰਾ ਫੇਰੀਆਂ ਵਿੱਚ, ਠੱਗੀਆਂ ਵਿੱਚ, ਬੰਦਾ ਦਿਨ ਰਾਤ ਹੀਰਾ ਫੇਰੀਆਂ ਠੱਗੀਆਂ ਕਰਨ ਲੱਗਾ, ਖਜ਼ਾਨੇ ਭਰਨ ਲੱਗਾ। ਪਰ ਕਬੀਰ ਜੀ ਕਹਿੰਦੇ ਕੌਡੀ ਵੀ ਨਹੀਂ ਜਾਣੀ ਤੇਰੇ ਨਾਲ। ਤੂੰ ਬੇਈਮਾਨੀਆਂ ਕਰਕੇ ਖਜ਼ਾਨੇ ਭਰ ਕੇ ਲੋਕ ਕਰਕੇ ਉਹਨੂੰ ਲੋਕਰ ਵਿੱਚ ਰੱਖ ਰਿਹਾ ਹੈ ਤਾਂ ਕਿ ਕਿਸੇ ਦੀ ਨਜ਼ਰ ਨਾ ਪੈ ਜਾਏ। ਤੇ ਜਿੱਦਨ ਦੁਨੀਆ ਤੋਂ ਗਿਆ ਤੇ ਲੋਕਰ ਉਦਾਂ ਹੀ ਰਹਿ ਜਾਣਾ ਹੈ। ਕਬੀਰ ਕੌਡੀ ਜੋਰ ਕੈ ਜੋਰੇ ਲੱਖ ਕਰੋੜ, ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਉਹ ਜਿਹੜਾ ਲੋਕਰ ਦੀਆਂ ਚਾਬੀਆਂ ਉਹ ਵੀ ਲਾ ਲੈਣੀਆਂ ਨੇ, ਖੋਲ ਲੈਣੀਆਂ ਨੇ। ਇਹ ਨਾਲ ਸ਼ਮਸ਼ਾਨ ਭੂਮੀ ਕੀ ਲੈ ਕੇ ਜਾਣੀਆਂ, ਇੱਥੇ ਰੱਖੋ, ਬਾਅਦ ਚ ਕੰਮ ਆਉਣਗੀਆਂ। ਸਾਰੀ ਉਮਰ ਬੇਈਮਾਨੀ ਕਰਦਾ ਰਿਹਾ, ਠੱਗੀਆਂ ਮਾਰਦਾ ਰਿਹਾ, ਦੂਜਿਆਂ ਦੇ ਹੱਕ ਖੋਹਦਾ ਰਿਹਾ, ਤੇ ਨਾਲ ਇੱਕ ਕੌਡੀ ਵੀ ਨਹੀਂ ਗਈ। ਜ਼ਿੰਦਗੀ ਦਾ ਸਮਾਂ ਅਜਾਈ ਗਵਾ ਲਿਆ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਦੇਖ ਤਾਂ ਫਿਰ ਪਿਆਰਾ ਰਾਵੀ ਹੈ ਜਬ ਆਵੇਗੀ ਵਾਰੀ। ਹੁਣ ਵਾਰੀ ਪਤਾ ਨਹੀਂ ਕਦੋਂ ਆਉਣੀ ਹੈ।
ਹੁਣ ਤਾਂ ਮੌਕਾ ਮਿਲਿਆ ਭਾਈ ਪ੍ਰਾਪਤ ਮਨੁੱਖ ਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਤਾਂ ਵਾਰੀ ਮਿਲੀ ਹੈ ਤੇ ਮੁੜ ਕੇ ਇਹ ਵਾਰੀ ਪਤਾ ਨਹੀਂ ਕਦੋਂ ਮਿਲੇਗੀ। ਫਿਰ ਕਈ ਜਨਮ ਭੋਗਣ ਤੋਂ ਬਾਅਦ ਜਦੋਂ ਵਾਰੀ ਮਿਲੇਗੀ ਫਿਰ ਮੌਕਾ ਮਿਲਣਾ ਨਾਮ ਸਿਮਰਨ ਦਾ। ਕੰਤ ਲੀਆ ਸੁਹਾਗਣੀ ਸੋਹਰਾ ਵਿਆ ਕੰਤ ਲੀਆ ਸੁਹਾਗਣੀ ਮੈਂ ਤੇ ਵਦਵੀ ਇਹ। ਹੁਣ ਜਿਹਨੂੰ ਇਹ ਦੁਹਾਗਣ ਨੂੰ ਗੱਲ ਸਮਝ ਆ ਗਈ ਕਿ ਮੈਂ ਸਾਰੀ ਜ਼ਿੰਦਗੀ ਬਾਹਰ ਦੇ ਹਾਰ ਸ਼ਿੰਗਾਰੀ ਕਰਦੀ ਰਹੀ, ਆਪਣੇ ਪਿਆਰੇ ਨੂੰ ਤੇ ਕਦੀ ਚੇਤੇ ਨਹੀਂ ਕੀਤਾ। ਜਿਵੇਂ ਇਸਤਰੀ ਹੈ ਨਾ, ਇਹ ਹੁਣ ਅੰਦਰੋਂ ਆਪਣੇ ਆਪ ਨੂੰ ਕੋਸਦੀ ਆ ਵੀ ਸਾਰੀ ਜ਼ਿੰਦਗੀ ਲੰਘ ਗਈ, ਤੂੰ ਹਜੇ ਤੱਕ ਪਿਆਰੇ ਦੇ ਗੁਣ ਵੀ ਗ੍ਰਹਿਣ ਨਹੀਂ ਕੀਤੇ। ਜਿਹੜੀਆਂ ਸੁਹਾਗਣ ਧਿਆਨ ਰੱਖਿਓ, ਗੁਰਬਾਣੀ 'ਚ ਦੋ ਸ਼ਬਦ ਨੇ, ਸੁਹਾਗਣ ਤੇ ਦੁਹਾਗਣ। ਸੁਹਾਗਣ ਸ਼ਬਦ ਗੁਰਮੁਖ ਲਈ ਆਇਆ ਤੇ ਦੁਹਾਗਣ ਸ਼ਬਦ ਮਨਮੁਖ ਲਈ ਆਇਆ। ਹੁਣ ਜਿਹੜੇ ਗੁਰਮੁਖ ਨਾਮ ਦੇ ਰਸੀਏ, ਜਿਹੜੇ ਅੰਮ੍ਰਿਤ ਵੇਲੇ ਨਾਮ ਦੀ ਸੰਭਾਲ ਕਰਨ ਵਾਲੇ, ਸਤ ਸੰਗ ਵਿੱਚ ਆ ਕੇ ਪਰਮੇਸ਼ਵਰ ਨਾਲ ਜੁੜਨ ਵਾਲੀਆਂ ਰੂਹਾਂ ਨੇ, ਉਹ ਸੁਹਾਗਣ ਵੱਲ ਵੇਖ ਕੇ ਆਖਿਆ ਮੈਂ ਕਿੱਡੀ ਮੰਦਭਾਗੀ ਹਾਂ, ਮੈਂ ਕਿੱਡੀ ਦੁਹਾਗਣ ਹਾਂ, ਮੈਂ ਆਪਣੇ ਪਿਆਰੇ ਦਾ ਪੱਲਾ ਛੱਡ ਕੇ ਸੰਸਾਰ ਨਾਲ ਹੀ ਜੁੜੀ ਰਹਿ ਗਈ, ਮੈਂ ਨਿਰੰਕਾਰ ਦਾ ਪੱਲਾ ਕਦੇ ਪਕੜਿਆ ਹੀ ਨਹੀਂ। ਤੇ ਸੁਹਾਗਣ ਸੀ ਕੰਤ, ਜਿਨ੍ਹਾਂ ਨੇ ਆਪਣੇ ਕੰਤ ਨੂੰ ਪਾਲਿਆ, ਆਪਣੇ ਪਤੀ ਪਰਮੇਸ਼ਵਰ ਨੂੰ ਪਾਲਿਆ। ਕੰਤ ਲੀਆਂ ਸੁਹਾਗਣੀ ਮੈਂ ਤੇ ਵੱਧਦੀ, ਇਹ ਤੇ ਮੇਰੇ ਨਾਲੋਂ ਵੀ ਅੱਗੇ 4 ਗੁਣਾ ਵੱਧ ਨੇ। ਆਪ ਮੈਂ ਹਜੇ ਦੁਹਾਗਣ ਹੀ ਰਹਿ ਗਈਆਂ ਮਨਮੁਖ, ਤੇ ਇਹ ਗੁਰਮੁਖ ਬਣ ਕੇ ਲਾਹ ਲੈ ਗਏ ਹਨ। ਸੇ ਗੁਣ ਮੁਝੇ ਨਾ ਆਵਨੀ ਕੇ ਜੀ ਦੋਸ਼ ਕਰੇ। ਮੈਂ ਹੀ ਮਾਇਆ ਦੀ ਰੰਗਾਂ ਵਿੱਚ ਰੰਗੀ ਰਹਿ ਗਈ ਤੇ ਮੇਰੇ ਵਿੱਚ ਉਹ ਗੁਣ ਨਾ ਆ ਸਕੇ। ਮੈਂ ਦੋਸ਼ ਕਿਹਨੂੰ ਦਿਆਂ? ਦੋਸ਼ ਤਾਂ ਮੇਰਾ ਆਪਣਾ ਹੀ ਹੈ। ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਰੱਬੀ ਬਾਣੀ ਦਾ ਤੇ ਖਜ਼ਾਨਾ ਦੇ ਦਿੱਤਾ। ਹੁਣ ਮੈਂ ਹੀ ਨਾ ਗੁਰਦੁਆਰੇ ਆਵਾਂ ਤੇ ਦੋਸ਼ ਕਿਹਦਾ ਹੈ? ਸਾਨੂੰ ਤਾਂ ਘਰ ਘਰ ਅੰਦਰ ਧਰਮਸਾਲ ਵਾਲਾ ਰੂਪ ਦੇ ਦਿੱਤਾ ਗੁਰੂ ਨਾਨਕ ਸਾਹਿਬ ਨੇ। ਆਪਣਾ ਪਰਿਵਾਰ ਨਹੀਂ ਵੇਖਿਆ, ਸਾਰੀ ਜ਼ਿੰਦਗੀ ਯਾਤਰਾ ਵਿੱਚ ਲੰਘਾ ਦਿੱਤੀ ਗੁਰੂ ਸਾਹਿਬ ਨੇ। ਥਾਂ ਥਾਂ ਤੇ ਜਾ ਕੇ ਹੋਕਾ ਦਿੱਤਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਤੇ ਮੈਂ ਹਜੇ ਵੀ ਮੜੀਆਂ ਤੇ ਦੀਵਾ ਹੀ ਜਗਾਈ ਜਾਵਾਂ, ਤੇ ਕਸੂਰ ਕਿਹਦਾ? ਸਾਨੂੰ ਰੱਬੀ ਬਾਣੀ ਦੇ ਦਿੱਤੀ ਮਹਾਰਾਜ ਨੇ ਕਿ ਸੰਗਤ ਕਰੋ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਜੇ ਮੈਂ ਹੀ ਨਾ ਸੰਗਤ ਵਿੱਚ ਆਵਾਂ ਤੇ ਦੋਸ਼ ਕਿਹਦਾ? ਦੋਸ਼ ਮੇਰਾ ਆਪਣਾ ਹੈ। ਸੂਰਜ ਤਾਂ ਚੜਿਆ ਸੀ, ਮੈਂ ਹੀ ਨਹੀਂ ਅੱਖਾਂ ਖੋਲੀਆਂ। ਮੈਨੂੰ ਇਦਾਂ ਲੱਗਦਾ ਜਿਵੇਂ ਹਨੇਰਾ ਹੀ ਹੈ। ਸੂਰਜ ਤਾਂ ਚੜਿਆ ਪਿਆ, ਚਾਨਣ ਤਾਂ ਹੋਇਆ ਪਿਆ, ਪਰ ਮੈਂ ਹੀ ਨਹੀਂ ਅੱਖਾਂ ਖੋਲੀਆਂ। ਜਦੋਂ ਅੱਖਾਂ ਖੋਲੀਆਂ ਪਤਾ ਲੱਗਾ ਵੀ ਸੂਰਜ ਦਾ ਕਦੋਂ ਦਾ ਚੜਿਆ, ਤੇ ਦੋਸ਼ ਕਿਹਦਾ? ਦੋਸ਼ ਤਾਂ ਮੇਰਾ, ਕਿਉਂਕਿ ਮੈਂ ਹੀ ਨਹੀਂ ਅੱਖਾਂ ਖੋਲੀਆਂ। ਗੁਰਬਾਣੀ ਤਾਂ ਗਿਆਨ ਦੇ ਰਹੀ ਹੈ, ਪਰ ਮੈਂ ਹੀ ਅਗਿਆਨਤਾ ਦੇ ਵਸ ਹੋ ਕੇ ਦੁਬਦਾ ਵਿੱਚ ਬੜੀਆਂ ਤੇ ਮਸਾਣਾ ਵਿੱਚ ਜਾਵਾਂ। ਦੋਸ਼ ਕਿਸੇ ਦਾ ਨਹੀਂ, ਆਪਣੇ ਕਰਮ ਦਾ ਹੈ। ਹੁਣ ਇੱਥੇ ਜਿਹਨੂੰ ਸਮਝ ਆ ਗਈ ਉਹਨੇ ਆਖਿਆ ਮੈਂ ਦੋਸ਼ ਕਿਹਨੂੰ ਦੇਵਾਂ? ਸੇ ਗੁਣ ਮੁਝੇ ਨਾ ਆਵਨੀ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ। ਹੁਣ ਜਿਹੜਾ ਮੂਲ ਗਵਾਰਿਆ ਉਹ ਲਾਹਾ ਲੈਣ ਵਾਲੇ ਵੱਲ ਵੇਖ ਕੇ ਕਹਿੰਦਾ ਕਿਹਨੂੰ ਮੈਂ ਦੋਸ਼ ਦਿਆਂ? ਮੇਰੇ ਵਿੱਚ ਹੀ ਅਵਗਣ ਨੇ, ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੀ, ਕਿਉਂਕਿ ਮੈਂ ਉਹ ਗੁਣ ਪਿਆਰੇ ਨੂੰ ਮਿਲਣ ਵਾਲੇ ਇਕੱਠੇ ਕੀਤੇ ਹੀ ਨਹੀਂ ਹਨ। ਜਿੰਨੀ ਸਖੀ ਸੋਹਰਾ ਵਿਆ ਤੈਨੂੰ ਪੁੱਛੂਗੀ ਜਾਏ। ਤੇ ਜੇ ਹਜੇ ਮੇਰੇ ਵਿੱਚ ਉਹ ਗੁਣ ਆਏ ਹੀ ਨਹੀਂ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮੀਠੇ ਬਹਿਣਾ। ਮੈਨੂੰ ਚੱਜ ਹੀ ਨਹੀਂ ਆਇਆ ਜ਼ਿੰਦਗੀ ਜਿਉਣ ਦਾ, ਮੈਨੂੰ ਜੀਵਨ ਜਿਉਣ ਦਾ ਚੱਜ ਹੀ ਨਹੀਂ ਆਇਆ, ਤੇ ਮੈਂ ਦੋਸ਼ ਕਿਹਨੂੰ ਦੇਵਾਂ? ਹਾਂ, ਮੈਂ ਉਹ ਸੁਹਾਗਣਾ ਨੂੰ ਪੁੱਛਦੀ ਹਾਂ ਵੀ ਤੁਸੀਂ ਦੱਸੋ ਵੀ ਤੁਸੀਂ ਪਿਆਰੇ ਨੂੰ ਕਿਵੇਂ ਪਾਲਿਆ। ਫਿਰ ਮੈਂ ਗੁਰਮੁਖਾਂ ਨੂੰ, ਕਿਹਨਾਂ ਨੂੰ? ਜਿਨਕੇ ਚੋਲੇ ਰਤੜੇ ਪਿਆਰੇ, ਜਿਹੜੇ ਨਾਮ ਵਿੱਚ ਰੰਗ ਰਤੜੀਆਂ ਰੂਹਾਂ ਸਨ। ਅਸੀਂ ਪੱਬਾਂ ਤੇ ਕਲਬਾਂ ਵਿੱਚ ਜਾਣ ਵਾਲਿਆਂ ਦੀ ਸੰਗਤ ਨਹੀਂ ਸੀ ਕਰਨੀ, ਅਸੀਂ ਗੁਰੂ ਦੁਆਰੇ ਆਉਣ ਵਾਲਿਆਂ ਦੀ ਸੰਗਤ ਕਰਨੀ ਸੀ। ਅਸੀਂ ਨੰਗੇਜ ਵਾਲਿਆਂ ਦੀ, ਨੱਚਣ ਟੱਪਣ ਵਾਲਿਆਂ ਦੀ ਸੰਗਤ ਨਹੀਂ ਸੀ ਕਰਨੀ, ਅਸੀਂ ਆ ਰੰਗ ਰਤੜੀਆਂ ਰੂਹਾਂ ਦੀ ਸੰਗਤ ਕਰਨੀ ਸੀ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ ਧੂੜ ਤਿਨਾਂ ਕੀ ਜੇ ਮਿਲਾ ਜੀ ਕਹੋ ਨਾਨਕ ਕੀ ਅਰਦਾਸ। ਅੰਦਰੋਂ ਜੀਵ ਆਤਮਾ ਰੋ ਕੇ ਕਵੇ ਕਰਮਹੀਣ ਧਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਮੈਨੂੰ ਵੀ ਕਿਤੇ ਅੰਮ੍ਰਿਤ ਵੇਲੇ ਜਾਗਣਾ ਆ ਜਾਏ। ਹੁਣ ਉਹ ਜੀਵ ਇਸ ਤਰ੍ਹਾਂ ਕਹਿੰਦੇ ਆ ਜਿਹਨੂੰ ਪਤਾ ਲੱਗਾ ਵੀ ਮੇਰੇ ਵਿੱਚ ਗੁਣ ਨਹੀਂ, ਮੈਂ ਦੋਸ਼ ਕਿਹਨੂੰ ਦੇਵਾਂ? ਫਿਰ ਜਿੰਨੀ ਸਖੀ ਸ਼ੌਹਰ ਆਵਿਆ ਜਿਨ੍ਹਾਂ ਨੇ ਆਪਣੇ ਪਿਆਰੇ ਦਾ ਨਾਮ ਦਾ ਸਿਮਰਨ ਕੀਤਾ, ਤਿੰਨ ਪੁੱਛੋਗੇ ਜਾਏ। ਮੈਂ ਉਹਨਾਂ ਰੰਗ ਰਤੜੀਆਂ ਰੂਹਾਂ ਨੂੰ ਪੁੱਛਾਂ ਕਿ ਤੁਸੀਂ ਪਿਆਰੇ ਦੇ ਗੁਣ ਕਿਵੇਂ ਗਾਏ, ਤੁਸੀਂ ਉਸ ਪਿਆਰੇ ਨੂੰ ਕਿਵੇਂ ਮਨਾ ਲਿਆ। ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾ। ਤੇ ਮੈਂ ਉਹਦੇ ਪੈਰੀ ਪੈ ਜਾਵਾਂ, ਕਿਉਂਕਿ ਨਿਮਰਤਾ ਵਿੱਚ ਗੁਣ ਮਿਲਣਾ, ਆਕੜ ਕੇ ਹੰਕਾਰ ਵਿੱਚ ਨਹੀਂ ਮਿਲਣਾ। ਮੈਂ ਉਹਦੇ ਪੈਰੀ ਪੈ ਜਾਵਾਂ। ਕੋਈ ਜਨ ਹਰਸਿਓ ਦੇ ਵੈ ਜੋਰ ਚਰਨ ਗਹੋਂ ਬਗੋਂ ਸ਼ੁਭ ਰਸਨਾ ਦੀਜਹਿ ਪ੍ਰਾਨ ਅਕੋਰ। ਸਾਡੀ ਹਾਲਤ ਕੀ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਰੱਬ ਦੇ ਰੰਗ ਵਿੱਚ ਰੰਗਿਆ ਆਵੇ, ਅਸੀਂ ਉਹਦੀ ਬਾਤ ਨਹੀਂ ਪੁੱਛਦੇ, ਤੇ ਜਿਹੜਾ ਸਾਨੂੰ ਗਾ ਕੇ ਸਾਡੀ ਧੀਆਂ ਭੈਣਾਂ ਨੂੰ ਨਚਾ ਕੇ ਜਾਵੇ, ਅਸੀਂ ਨਵੇਂ ਨਵੇਂ ਨੋਟ ਉਹਦੇ ਤੋਂ ਵਾਰਦੇ ਹਾਂ। ਅਸੀਂ ਕਹਿੰਦੇ ਵੀ ਇਹਨੇ ਬੜਾ ਸੋਹਣਾ ਗਾਇਆ, ਸਾਨੂੰ ਨੱਚਣਾ ਵੀ ਆ ਗਿਆ, ਸਾਨੂੰ ਧੀਆਂ ਭੈਣਾਂ ਸਾਰੀਆਂ ਇੱਕ ਕਰਕੇ ਨਚਾ ਗਿਆ, ਅਸੀਂ ਉਹਦਾ ਦੂਰ ਤੱਕ ਸਤਿਕਾਰ ਕੀਤਾ। ਉਲਟਾ ਨਾ ਦੁਨੀਆ ਚੱਲਦੀ। ਪਰ ਅਸੀਂ ਤਾਂ ਰੰਗ ਰਤੜੀਆਂ ਰੂਹਾਂ ਦੀ ਸੰਗਤ ਵਿੱਚ ਆ ਕੇ ਕਹਿਣਾ ਸੀ ਵੀ ਕੋਈ ਮੈਨੂੰ ਪਿਆਰੇ ਨਾਲ ਮਿਲਾ ਦੇਵੇ। ਕੋਈ ਜਨ ਹਰਸਿਓ ਦੇ ਵੈ ਜੋਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਬੈ ਆਪ ਵਿਚਾਈ। ਇੱਥੇ ਮਹਾਰਾਜ ਸ਼ਬਦ ਗਾ ਰਿਹਾ, ਕਹਿੰਦੇ ਪਾਈ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ। ਮੈਂ ਤੇਰੇ ਪੈਰੀ ਪੈ ਜਾਵਾਂ, ਮੈਨੂੰ ਦੱਸ ਮੇਰੇ ਪਿਆਰੇ ਦਾ ਘਰ ਕਿੱਥੇ ਹੈ, ਉਹ ਮਿਲੇਗਾ ਕਿਵੇਂ, ਮੈਨੂੰ ਉਹ ਰਸਤਾ ਦੱਸ, ਮੈਂ ਤੇਰੇ ਚਰਨੀ ਪੈਣ ਨੂੰ ਤਿਆਰ ਹਾਂ। ਹੁਕਮ ਪਛਾਣੇ ਨਾਨਕਾ ਉਹ ਚੰਦਨ ਲਾਵੇ। ਤੇ ਅੱਗੋਂ ਨੇ ਆਖਿਆ ਉਹਦੇ ਹੁਕਮ ਨੂੰ ਪਛਾਣ, ਉਹਦੇ ਬਾਣੀ ਵਿੱਚ ਚੱਲ, ਉਹਦੀ ਰਜ਼ਾ ਦੇ ਵਿੱਚ ਤੁਰ। ਜੇ ਉਹਦੇ ਕੋਲ ਆ ਕੇ ਦੁੱਖ ਵੀ ਮਿਲਦਾ ਨਾ ਤਾਂ ਉਹ ਵੀ ਸੁੱਖ ਵਿੱਚ ਕਬੂਲ ਕਰ। ਇਹ ਨਹੀਂ ਕਿ ਸੁੱਖ ਆਇਆ ਤੇ ਕਿਤੇ ਹੋਰ ਸ਼ੁਕਰਾਨਾ ਕਰਨ ਚਲੇ ਗਏ, ਦੁੱਖ ਆਇਆ ਤੇ ਕਿਤੇ ਹੋਰ ਦੀਵਾ ਬਾਲਣ ਚਲੇ ਗਏ, ਤੇ ਜੇ ਕੁਝ ਮਿਲਿਆ ਨਾ ਤੇ ਫਿਰ ਗੁਲਾਮੇ ਦੇਣੇ ਸ਼ੁਰੂ ਕਰ ਦਿੱਤੇ। ਇਹ ਸੁਹਾਗਣ ਦੀ ਨਿਸ਼ਾਨੀ ਨਹੀਂ ਹੈ। ਸੁਹਾਗਣ ਦੀ ਨਿਸ਼ਾਨੀ ਹੈ ਵੀ ਜੇ ਸੁਖ ਦੇ ਤਾਂ ਤੁਝ ਹੈ ਆਰਾਧੀ ਦੁੱਖ ਵੀ ਤੁਝ ਹੈ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਬਾਹਰ ਦੀਆਂ ਮੇਰੀਆਂ ਧੀਆਂ ਭੈਣਾਂ ਵੀ ਸਮਝ ਲੈਣ ਕਿ ਜੇ ਪਤੀ ਕਮਾਈ ਕਰਕੇ ਲਿਆਇਆ, ਸੋਹਣਾ ਰੋਟੀ ਘਰ-ਬਾਰ ਚੱਲਦਾ ਸੀ, ਤੇ ਜੇ ਕਿਤੇ ਇੱਕ ਐਸਾ ਸਮਾਂ ਆਇਆ ਕਿ ਕੰਮ ਨਹੀਂ ਰਿਹਾ, ਰੋਟੀ ਵਧੀਆ ਘਰ ਨਹੀਂ ਬਣੀ, ਇਹ ਨਹੀਂ ਵੀ ਉਹਨੂੰ ਲਾਂਭੇ ਦੇ ਦੇਣੇ ਵੀ ਤੂੰ ਮੇਰੇ ਖਿਆਲ ਨਹੀਂ ਰੱਖਦਾ। ਇਹ ਤਾਂ ਦੇਖੋ ਜੀ ਉਹ ਇੱਕ ਸਮਾਂ ਸੀ, ਉਹ ਮੈਨੂੰ ਰਾਣੀ ਬਣਾ ਕੇ ਰੱਖਦਾ ਸੀ, ਤੇ ਅੱਜ ਘਰ ਵਿੱਚ ਆਟਾ ਵੀ ਨਹੀਂ ਆਉਂਦਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਤੇਰਾ ਘਰ ਛੱਡ ਕੇ ਪੇਕੇ ਚੱਲੀ ਆ, ਤੂੰ ਮੈਨੂੰ ਦਿੰਦਾ ਕੀ ਹੈ। ਇਹ ਨਹੀਂ। ਜੇ ਸੁੱਖ ਵੇਲੇ ਵੀ ਉਹਦੇ ਨਾਲ ਸੀ ਤਾਂ ਦੁੱਖ ਵੇਲੇ ਵੀ ਉਹਦਾ ਸਾਥ ਦੇਣਾ ਬਣਦਾ ਹੈ। ਇਹ ਨਹੀਂ ਕਿ ਉਹਨੂੰ ਸੁਣਾ ਕੇ ਤੇ ਮੇਰਾ ਸਹੁਰਾ ਘਰ ਛੱਡ ਕੇ ਪੇਕੇ ਬਹਿ ਜਾਣਾ। ਇਹ ਸੁਹਾਗਣ ਦੀ ਨਿਸ਼ਾਨੀ ਨਹੀਂ ਹੈ। ਉਹਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ। ਇਹੀ ਪਰਮੇਸ਼ਵਰ ਮਹਾਰਾਜ ਜੀ ਜੇ ਸੁੱਖ ਦੇਓਗੇ ਤਾਂ ਵੀ ਤੁਹਾਨੂੰ ਸਿਮਰਨਾ ਹੈ, ਦੁੱਖ ਦੇਓਗੇ ਤਾਂ ਵੀ ਤੁਹਾਨੂੰ ਸਿਮਰਨਾ ਹੈ। ਜੇ ਭੁੱਖਾ ਵੀ ਰਹਿਣਾ ਪੈ ਰਿਹਾ ਤਾਂ ਵੀ ਮੈਂ ਕਹਾਂ, ਮੈਂ ਲੋਕਾਂ ਨੂੰ ਇਹ ਨਹੀਂ ਕਹਿਣਾ ਵੀ ਮੈਂ ਭੁੱਖੇ ਰਹਿ ਗਈ ਹਾਂ, ਨਹੀਂ, ਮੈਂ ਕਹਿਣਾ ਮੈਂ ਰੱਜੀ ਹੋਈ ਹਾਂ। ਇਹ ਸੁਹਾਗਣ ਦੀ ਨਿਸ਼ਾਨੀ ਹੈ।
ਜੇ ਸੁਖ ਦੇ ਤਾਂ ਤੁਝੇ ਅਰਾਤੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਕਿਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ। ਤੇ ਮੈਂ ਆਪਣੇ ਘਰ ਦੇ ਪਰਦੇ ਲੋਕਾਂ ਕੋਲ ਨਹੀਂ ਜਾ ਕੇ ਖੋਲਣੇ ਵੀ ਮੈਨੂੰ ਤੇ ਇਸ ਘਰ 'ਚ ਰੋਟੀ ਨਹੀਂ ਮਿਲਦੀ, ਕੱਪੜਾ ਨਹੀਂ ਮਿਲਦਾ। ਇਹ ਸੁਹਾਗਣ ਦੀ ਗੱਲ ਨਹੀਂ। ਹੁਣ ਇੱਥੇ ਆ ਕੇ ਕੀ ਆਖਿਆ, ਕਹਿੰਦੇ ਹੁਕਮ ਪਛਾਣ ਹੈ ਨਾਨਕ ਭਾਉ ਚੰਦਨ ਲਾਵੈ। ਹੁਕਮ ਪਛਾਣੈ, ਉਹਦੇ ਹੁਕਮ ਨੂੰ ਪਛਾਣੋ। ਇਹੀ ਤੁਹਾਡੇ ਵਾਸਤੇ ਚੰਦਨ। ਚੰਦਨ ਕੀ ਹੁੰਦਾ ਹੈ? ਉਹਦੇ ਵਿੱਚ ਖੁਸ਼ਬੂ ਹੁੰਦੀ ਹੈ, ਸੁਗੰਧੀ ਹੁੰਦੀ ਹੈ। ਕਹਿੰਦੇ ਤੁਹਾਡੀ ਜ਼ਿੰਦਗੀ ਖੁਸ਼ਬੂ ਨਾਲ, ਸੁਗੰਧੀ ਨਾਲ ਭਰ ਜਾਏਗੀ ਜੇ ਤੁਸੀਂ ਉਹਦੇ ਹੁਕਮ ਨੂੰ ਪਛਾਣ ਲਓ। ਅਸੀਂ ਕੁੜਿਆਰ ਤੋਂ ਸਚਿਆਰ ਕਿਵੇਂ ਹੋ ਸਕਦੇ ਹਾਂ? ਕਿਵੇਂ ਸਚਿਆਰਾ ਹੋਈ ਹੈ? ਜਿਵੇਂ ਕੂੜਾ ਟੁੱਟੇ ਬਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦੇ ਹੁਕਮ ਨੂੰ ਪਛਾਣ ਲਾਂਗੇ ਤਾਂ ਮਹਾਰਾਜ ਜੀ ਕਹਿੰਦੇ ਆ ਕਿ ਤੁਹਾਡੀ ਜ਼ਿੰਦਗੀ ਸੁਗੰਧੀ ਨਾਲ ਭਰ ਜਾਏਗੀ, ਤੁਹਾਡੀ ਜੀਵਨ ਵਿੱਚ ਖੁਸ਼ਬੂ ਭਰ ਜਾਏਗੀ ਉਹਦੇ ਹੁਕਮ ਦੀ। ਇਸ ਲਈ ਉਹਦੇ ਬਾਣੇ ਵਿੱਚ, ਉਹਦੇ ਹੁਕਮ ਵਿੱਚ ਚੱਲੋ। ਸਤਿਗੁਰੂ ਜੀ ਇਹ ਸ਼ਬਦ ਗਾਇਨ ਕਰ ਰਹੇ ਹਨ। ਗੁਣ ਕਾਮਣ ਕਾਮਣ ਕਰੈ ਤਉ ਪਿਆਰੀ ਕੋ ਪਾਵੈ। ਹੁਣ ਕਾਮਣ ਕਾਮਣ ਇਹ ਦੋ ਆਏ ਨੇ। ਕਾਮਣ ਕਾਮਣ, ਇੱਕ ਦੇ ਨਾਣੇ ਨੂੰ ਸਿਆਰੀ ਨਹੀਂ ਲੱਗੀ, ਇੱਕ ਦੇ ਨੂੰ ਸਿਆਰੀ ਲੱਗੀ ਆ। ਇੱਕ ਕਾਮਣ ਜਿਹਨੂੰ ਸਿਆਰੀ ਨਹੀਂ ਲੱਗੀ, ਬਾਣੀ ਪੜਨ ਵਾਲੇ ਧਿਆਨ ਰੱਖਣ, ਜਿਸ ਕਾਮਣ ਨੂੰ ਨਾਣੇ ਨੂੰ ਸਿਆਰੀ ਨਹੀਂ ਲੱਗੀ ਉਹਦਾ ਅਰਥ ਹੈ ਟੂਣਾ, ਤੇ ਜਿਹਨੂੰ ਸਿਆਰੀ ਲੱਗੀ ਆ ਉਹਦਾ ਅਰਥ ਹੈ ਕਾਮਣੀ ਇਸਤਰੀ। ਜਿਹੜੀ ਇਸਤਰੀ ਹੁਣ ਕਈ ਆਪਣੇ ਪਤੀ ਨੂੰ ਵਸ ਕਰਨ ਲਈ ਟੂਣੇ ਕਰਦੀ ਫਿਰਦੀ ਆ। ਕਿਸੇ ਨੇ ਕਿਹਾ ਵੀ ਫਲਾਣੀ ਥਾਂ ਤੇ ਟੂਣਾ ਕਰਿਆ ਤੇ ਪਤੀ ਵਸ ਚ ਆ ਜਾਏਗਾ, ਉਹ ਚਲੀ ਗਈ ਟੂਣਾ ਕਰਨ ਲਈ। ਮਹਾਰਾਜ ਕਹਿੰਦੇ ਇਹੋ ਜਿਹੇ ਟੂਣੇ ਛੱਡ, ਤੂੰ ਉਹਦੇ ਪਰਮੇਸ਼ਵਰ ਦੇ ਨਾਮ ਦੇ ਰੰਗ ਵਿੱਚ ਰੰਗ ਜਾ ਜੇ ਉਹਨੂੰ ਵਸ ਕਰਨਾ ਤਾਂ। ਉਹ ਭਗਤਾਂ ਦੇ ਵਸ ਵਿੱਚ ਕਿਉਂ ਹੋਇਆ? ਕਿਉਂਕਿ ਭਗਤਾਂ ਕੋਲ ਅਥਾਹ ਪ੍ਰੇਮ ਸੀ ਉਹਦੇ ਪ੍ਰਤੀ। ਸਤਿਗੁਰੂ ਮਹਾਰਾਜ ਨੇ ਕਿਹਾ ਗੁਣ ਕਾਮਣ, ਤੂੰ ਟੂਣਾ ਕਰਨਾ ਨਾ ਤੇ ਸ਼ੁਭ ਗੁਣਾਂ ਦਾ ਕਰ, ਸ਼ੁਭ ਗੁਣ ਗ੍ਰਹਿਣ ਕਰ। ਜੇ ਕੋਈ ਕਾਮਣ ਇਸਤਰੀ ਸ਼ੁਭ ਗੁਣ ਗ੍ਰਹਿਣ ਕਰ ਲਵੇ ਤੋ ਪਿਆਰੇ ਕੋ ਪਾਵੈ, ਤਾਂ ਉਸ ਪਿਆਰੇ ਦੀਆਂ ਖੁਸ਼ੀਆਂ ਪਾ ਸਕਦੇ ਆ। ਇਸ ਲਈ ਇੱਥੇ ਆ ਕੇ ਬੇਨਤੀ ਕਰਿਆ ਕਰੋ, ਹਮ ਅਵਗਣ ਭਰੇ ਏਕ ਗੁਣ ਨਾਹੀ। ਸਾਡੇ ਬੱਲੇ ਇੱਕ ਵੀ ਗੁਣ ਨਹੀਂ ਆ ਮਹਾਰਾਜ, ਕਿਹੜੇ ਗੁਣ ਦੇ ਆਸਰੇ ਅਸੀਂ ਤੁਹਾਡੇ ਸਾਹਮਣੇ ਖਲੋਈਏ? ਭਾਂਡਾ ਤੇ ਅਵਗਣਾਂ ਨਾਲ ਭਰਿਆ ਪਿਆ ਹੈ। ਇਸ ਲਈ ਕਿਰਪਾ ਕਰੋ ਅਵਗਣਾਂ ਤੋਂ ਛੁਟਕਾਰਾ ਤੇ ਸ਼ੁਭ ਗੁਣਾਂ ਤੋਂ ਨਾਲ ਸਾਡਾ ਜੀਵਨ ਜਿਹੜਾ ਉਹ ਭਾਂਡਾ ਭਰ ਜਾਏ। ਹਜੇ ਸ਼ਬਦ ਦੀ ਸਮਾਪਤੀ ਨਹੀਂ, ਪਰ ਸਮਾਂ ਸਮਾਪਤ ਹੋ ਗਿਆ। ਸ਼ਬਦ ਦੇ ਹਜੇ ਪਾਵਨ ਪੰਕਤੀਆਂ ਰਹਿੰਦੀਆਂ ਨੇ ਜਿਹੜੀਆਂ ਅਗਲੇਰੇ ਸਮੇਂ ਵਿੱਚ ਤੁਸੀਂ ਸਰਵਣ ਕਰੋਗੇ। ਕੁਝ ਕੁ ਸਮੇਂ ਵਾਸਤੇ ਆਪਾਂ ਸੁਰਤ ਹਰਮੰਦਰ ਸਾਹਿਬ ਦਰਬਾਰ ਸਾਹਿਬ ਲੈ ਚਲੀਏ, ਕਿਉਂਕਿ ਅੱਜ 5 ਤਰੀਕ ਹੈ ਤੇ 5 ਤਰੀਕ ਜਿਹੜਾ 84 ਦਾ ਘੱਲੂ ਘਰ ਆ, 1 ਤਰੀਕ ਤੋਂ ਜੋ ਕੁਝ ਉੱਥੇ ਵਾਪਰ ਰਿਹਾ ਹੈ, ਜੋ 1 ਤਰੀਕ ਤੋਂ ਫੌਜੀ ਦਸਤਿਆਂ ਨੇ ਆ ਕੇ ਘੇਰਾ ਪਾਇਆ ਪੰਜਾਬ ਜਿਹੜਾ ਉਹ ਭਾਰਤ ਨਾਲੋਂ ਵੱਖ-ਵੱਖ ਇਲਾਕਿਆਂ ਤੋਂ ਇਹਨੂੰ ਅਲੱਗ ਕਰ ਦਿੱਤਾ ਗਿਆ। ਅੰਮ੍ਰਿਤਸਰ ਸਾਹਿਬ ਨੂੰ ਅਲੱਗ ਕਰ ਦਿੱਤਾ ਗਿਆ, ਪਾਣੀ ਦੀਆਂ ਟੈਂਕੀਆਂ ਤੱਕ ਉਡਾ ਦਿੱਤੀਆਂ ਗਈਆਂ। ਔਰ ਅੰਦਰ ਸੰਗਤਾਂ ਉਹ ਨੇ ਜਿਹੜੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਨ ਮਨਾਉਣ ਵਾਸਤੇ ਆਈਆਂ ਸਨ। ਉਹਨਾਂ ਕੋਲ ਛੋਟੇ-ਛੋਟੇ ਬੱਚੇ ਨੇ ਜਿਹੜੇ ਇੱਕ ਕਮਰੇ ਵਿੱਚ ਕਿੰਨੇ ਬੰਦ ਪਏ ਆ ਤੇ ਉੱਥੇ ਨਾ ਲਾਈਟ ਬਿਜਲੀ ਹੈ ਨਾ ਪਾਣੀ ਹੈ। ਕਈ ਮਾਵਾਂ ਤਾਂ ਆਪਣਾ ਪਸੀਨਾ ਨਿਚੋੜ ਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾ ਰਹੀਆਂ ਨੇ। ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ। ਔਰ ਇਹ ਉਹ ਹੈ ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਤੋਂ ਪਾਲਕੀ ਵਿੱਚ ਆਉਂਦੇ ਨੇ ਤੇ ਸ਼ਾਮਾਂ ਵੇਲੇ ਪਾਲਕੀ ਵਿੱਚ ਸਵਾਰ ਹੋ ਕੇ ਫਿਰ ਕੋਠਾ ਸਾਹਿਬ ਜਾ ਕੇ ਵਿਰਾਜਮਾਨ ਹੁੰਦੇ ਆ। ਪਰ ਅੱਜ ਐਸਾ ਮਾਹੌਲ ਬਣ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੱਕ ਨਹੀਂ ਲਿਜਾਇਆ ਗਿਆ। ਹਰ ਕੀ ਪੌੜੀ ਤੁਸੀਂ ਦੇਖਦੇ ਹੋ, ਉਹਦੇ ਉੱਪਰ ਦੀ ਇੱਕ ਗੁਰੂ ਸਾਹਿਬ ਜੀ ਦਾ ਪ੍ਰਕਾਸ਼, ਜਿੱਥੇ ਹਰ ਵੇਲੇ ਗੁਰਬਾਣੀ ਦਾ ਪਾਠ ਚੱਲਦਾ ਹੈ, ਉੱਥੇ ਹੀ ਗੁਰੂ ਸਾਹਿਬ ਜੀ ਨੂੰ ਵਿਰਾਜਮਾਨ ਕਰਵਾ ਕੇ ਫਿਰ ਜਿਹੜਾ ਉੱਥੇ ਫਿਰ ਪ੍ਰਕਾਸ਼ ਜਿਹੜਾ ਅਗਲੇ ਸਮੇਂ ਦੇ ਵਿੱਚ ਕੀਤਾ ਗਿਆ। ਕੀਰਤਨ ਦੇ ਪ੍ਰਵਾਹ ਚੱਲਦੇ ਨੇ। ਜਿਹੜਾ ਪੁੱਲ ਜਿੱਥੋਂ ਅਸੀਂ ਦਰਸ਼ਨੀ ਜਿਹੜੀ ਜੋੜੀ ਤੋਂ ਆਉਂਦੇ ਆ ਚੱਲ ਕੇ, ਉੱਥੇ ਜਿਹੜੇ ਗੁਰੂ ਘਰ ਦੇ ਪਿਆਰੇ ਆ ਉਹ ਲੰਮੇ ਪੈ ਕੇ ਲੇਟ ਕੇ ਆਉਂਦੇ ਆ ਤਾਂ ਕਿ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਮਰਿਆਦਾ ਬਰਕਰਾਰ ਰਹੇ। ਉਸੇ ਤਰ੍ਹਾਂ ਹੀ ਉਹ ਮਰਿਆਦਾ ਜਿਹੜੀ ਆ ਉਹ ਬਣੀ ਰਹੇ। ਕੀਰਤਨ ਦੇ ਪ੍ਰਵਾਹ ਚੱਲਦੇ ਆ, ਬਾਹਰੋਂ ਗੋਲੀ ਜਿਹੜੀਆਂ ਵਰਖਾ ਬਰਸਾਤ ਜਿਹੜੀ ਹੋ ਰਹੀ ਹੈ। ਔਰ ਇੱਥੋਂ ਤੱਕ ਕਿ ਜਿਹੜੇ ਨੇ ਜਿੰਨੇ ਫੌਜੀ ਦਸਤੇ ਨੇ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਪੂਰੀ ਕਮਾਂਡ ਜਿਹੜੀ ਆ ਉਹ ਵੈਦਿਆ ਦੇ ਹੱਥ ਦੇ ਵਿੱਚ ਹੈ। ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਹੈ ਤੇ ਗੁਰੂ ਕੇ ਪਿਆਰੇ ਅੰਦਰ ਗੁਰੂ ਕੇ ਸਿੰਘ ਡਟੇ ਹੋਏ ਨੇ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਔਰ ਜਨਰਲ ਸੁਬੇਗ ਸਿੰਘ ਵਰਗੇ, ਭਾਈ ਅਮਰੀਕ ਸਿੰਘ ਵਰਗੇ ਕੱਲ ਨੂੰ ਜਿਹੜੀ ਆ ਉਹ ਸ਼ਹਾਦਤਾਂ ਹੋਣੀਆਂ ਨੇ, ਕਿਉਂਕਿ ਇਹਨਾਂ ਨੇ ਟੈਂਕ ਜਿਹੜੇ ਆ ਉਹ ਅੰਦਰ ਲਿਆਉਣੇ ਸ਼ੁਰੂ ਕਰ ਦਿੱਤੇ ਆ ਤਾਂ ਕਿ ਅਸੀਂ ਅਕਾਲ ਤਖਤ ਦੇ ਉੱਤੇ ਗੋਲੇ ਦਾਗ ਕੇ ਇਹਨੂੰ ਢਾਹ ਢੇਰੀ ਕਰ ਦਈਏ। ਸੱਚ ਜਾਣਨਾ ਪਹਿਲਾਂ ਵੀ ਅਬਦਾਲੀ ਆਇਆ ਚੜ ਕੇ ਹਰਮੰਦਰ ਸਾਹਿਬ ਜੀ ਨੂੰ ਮਿਟਾਉਣ ਲਈ, ਪਰ ਉਹ ਆਪਣੀ ਹਸਤੀ ਮਿਟਾ ਗਿਆ, ਹਰਮੰਦਰ ਸਾਹਿਬ ਦੀ ਹਸਤੀ ਨਹੀਂ ਮਿਟਾ ਸਕਿਆ। ਉਸ ਤੋਂ ਬਾਅਦ ਕਈ ਹੁਕਮਰਾਨ ਆਏ, ਆਪਣਾ ਹੁਕਮ ਵਜਾ ਕੇ ਤੁਰ ਗਏ ਦੁਨੀਆ ਤੋਂ। ਪਰ ਜਿਹੜਾ ਸਭ ਤੋਂ ਵੱਡਾ ਹੁਕਮਰਾਨ ਹੈ ਉਹਦੇ ਅੱਗੇ ਕਿਸੇ ਦਾ ਜ਼ੋਰ ਨਾ ਚੱਲਿਆ ਤੇ ਨਾ ਕਿਸੇ ਦਾ ਅਗਾਂਹ ਜ਼ੋਰ ਚੱਲ ਸਕਦਾ ਹੈ। ਅਸੀਂ ਉਹਨੂੰ ਨਾਲ ਮਹਿਸੂਸ ਕਰੀਏ ਕਿ ਕਿਵੇਂ ਗੁਰੂ ਕੇ ਪਿਆਰੇ ਉੱਥੇ ਸ਼ਹੀਦ ਹੋ ਰਹੇ ਆ। ਛੋਟੇ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਜਾ ਰਿਹਾ, ਉਹਨਾਂ ਦੇ ਸੀਨੇ ਵਿੱਚ ਵੀ ਗੋਲੀਆਂ ਦਾਗੀਆਂ ਜਾ ਰਹੀਆਂ ਨੇ। ਹਾਲਾਂਕਿ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਚੰਗਾ ਕੀ ਮਾੜਾ, ਕਿਹੜਾ ਆਪਣਾ ਕਿਹੜਾ ਪਰਾਇਆ, ਪਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਐਸਾ ਮਾਹੌਲ ਬਣਿਆ ਹੋਇਆ ਹੈ ਕਿ ਚਾਰੇ ਪਾਸੇ ਕੰਪਲੈਕਸ ਦੇ ਗੋਲੀਆਂ ਦੇ ਨਿਸ਼ਾਨ ਨੇ। ਔਰ ਲਹੂ ਲੁਹਾਨ ਜਿਹੜਾ ਉਹ ਦ੍ਰਿਸ਼ ਜਿਨ੍ਹਾਂ ਨੇ ਉਸ ਵੇਲੇ ਦਾ ਮਾਹੌਲ ਵੇਖਿਆ, ਉਹਨਾਂ ਦੇ ਅੱਖਾਂ ਸਾਹਮਣੇ ਅੱਜ ਵੀ ਉਹ ਦ੍ਰਿਸ਼ ਆ ਜਾਂਦਾ ਹੈ। ਜਿੱਥੇ ਅਸੀਂ ਉਹਨਾਂ ਸ਼ਹੀਦਾਂ ਨੂੰ ਚੇਤੇ ਕਰ ਰਹੇ ਹਾਂ, ਉੱਥੇ ਇਤਿਹਾਸ ਵਿੱਚ ਜਿਹੜਾ ਸ਼ਬਦ ਗੁਰੂ ਸਾਹਿਬ ਜੀ ਗਾਇਨ ਕਰ ਰਹੇ ਨੇ ਉਹ ਸ਼ਬਦ ਵੀ ਆਪਾਂ ਨਾਲ ਸਮਝਣ ਦਾ ਯਤਨ ਕੀਤਾ ਹੈ। ਅਰਦਾਸ ਕਰੋ ਗੁਰੂ ਸਾਹਿਬ, ਤੁਹਾਡੇ ਦਰ ਤੇ ਅਸੀਂ ਸੁਚੱਜੇ ਹੋਣ ਲਈ ਆਏ ਹਾਂ, ਤੁਹਾਡੇ ਦਰ ਤੇ ਅਸੀਂ ਸੁਹਾਗਣ ਬਣਨ ਵਾਸਤੇ ਆਏ ਹਾਂ, ਤੁਹਾਡੇ ਦਰ ਤੇ ਅਸੀਂ ਜੀਵਨ ਦੀ ਜਾਂਚ ਸਿੱਖਣ ਆਏ ਹਾਂ ਤਾਂ ਕਿ ਸਾਡਾ ਇਹ ਜੀਵਨ ਲੇਖੇ ਵਿੱਚ ਲੱਗ ਜਾਏ। ਬਹੁਤ ਜਨਮ ਵਿਚਰੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖ ਹੈ। ਤੇ ਤਾਂ ਹੀ ਲੱਗੇਗਾ ਜੇ ਗੁਰੂ ਘਰ ਵਿੱਚ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਗੁਰੂ ਘਰ ਆ ਕੇ ਕੀ ਕਰਨਾ ਹੈ। ਕੇਵਲ ਤੇ ਕੇਵਲ ਰੱਬੀ ਬਾਣੀ ਦੇ ਨਾਲ ਜੁੜਨਾ ਹੈ। ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਣ, ਅੰਮ੍ਰਿਤ ਵੇਲੇ ਦੀ ਸੰਭਾਲ, ਨਿਤਨੇਮ ਦੀ ਬਾਣੀਆਂ ਦੀ ਸੰਭਾਲ ਬਖਸ਼ਣ। ਇਸੇ ਤਰ੍ਹਾਂ ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਤੋਂ ਨਿਵਾਜੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਫਲ ਕਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਵੇਲੇ ਜਿਹੜਾ ਕੋ ਜੀਵਨ ਬਣ ਸਕੇ। ਗੁਰੂ ਪਾਤਸ਼ਾਹ ਜੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।